ਜਿਹੜੇ ਵੀ ਉਹ ਸਵਾਲ ਜਿਹੜੇ ਹੈਗੇ ਪੋਸਟਰ ਦੇ ਉੱਤੇ ਦਿੱਤੇ ਹੋਏ ਆ ਵੀ ਉਹਨੂੰ ਪੜ੍ਹ ਕੇ ਵੀ ਹਾਸਾ ਹੀ ਆਉਂਦਾ। ਮੈਂ ਤਾਂ ਹੀ ਮੈਂ ਵੀ ਦੂਸਰਾ ਪ੍ਰੋਗਰਾਮ ਸੁਣਨ ਦੀ ਹਿੰਮਤ ਨਹੀਂ ਪਈ ਮੇਰੇ ਕੋਲੋਂ, ਜਿੱਦਾਂ ਇਹ ਕੀ ਸੁਣੀ ਜਾਈ ਉਹਦੇ ਵਿੱਚੋਂ। ਹੁਣ ਭਾਈ ਸਾਹਿਬ ਦੇ ਸੰਬੰਧ ਵਿੱਚ ਤੇ ਇਹਨਾਂ ਨੇ ਕਹਿ ਦਿੱਤਾ ਵੀ ਉੱਥੇ ਪਰਮੇਸ਼ਰ ਦਰਬਾਰ ਕਿਉਂ ਰੱਖਿਆ ਡੇਰੇ ਦਾ ਨਾਂ। ਤੇ ਜੇ ਇਹਨਾਂ ਦੇ ਉੱਤੇ ਕੋਈ ਸਵਾਲ ਕਰੇ ਵੀ ਤੁਸੀਂ ਆਪਣਾ ਘਰ ਬਣਾ ਕੇ ਆਪਣਾ ਕਰ ਰਹੇ ਨੇ, ਉਹਦੇ ਉੱਤੇ ਲਿਖ ਦਿੱਤਾ ਗੁਰੂ ਗ੍ਰੰਥ ਸਾਹਿਬ ਅਕੈਡਮੀ। ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਨਾਂ ਦੇ ਉੱਤੇ ਉਹਨੂੰ ਰਜਿਸਟਰ ਕਰਾ ਦਿੱਤਾ। ਸਾਰੀਆਂ ਛੋਟਾਂ, ਸਾਰੀਆਂ ਸਹੂਲਤਾਂ ਟੈਕਸ ਦੇ ਵਿੱਚ ਜਾਂ ਦੂਜੀਆਂ ਤੀਜੀਆਂ ਸਾਰੀਆਂ। ਮੈਨੂੰ ਇੱਕ ਰੀਅਲ ਸਟੇਟ ਵਾਲਿਆਂ ਨੇ ਦੱਸਿਆ ਵੀ ਇੱਥੇ ਬਰੈਂਪਟਨ ਦੇ ਵਿੱਚ ਤਕਰੀਬਨ 1000 ਦੇ ਕਰੀਬ ਘਰ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ। ਉਹਨਾਂ ਚੋਂ ਇੱਕ ਇਹ ਵੀ ਪ੍ਰੋਫੈਸਰ ਵਾਲਾ ਵੀ ਇੱਕ ਆ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ। ਨਹੀਂ ਤਾਂ ਹੁਣ ਅਕੈਡਮੀ ਦਾ ਮਤਲਬ ਕੀ ਹੁੰਦਾ, ਇਹਨਾਂ ਕੋਲੋਂ ਪੁੱਛ ਲਓ ਵੀ ਅਕੈਡਮੀ ਦਾ ਮਤਲਬ ਕੀ ਹੈ। ਕਿੰਨੀਆਂ ਕੁ ਕਲਾਸਾਂ ਜਿਹੜੀਆਂ ਹੈਗੀਆਂ ਉਸ ਅਕੈਡਮੀ ਦੇ ਵਿੱਚ ਲੱਗਦੀਆਂ। ਨਹੀਂ ਵੀ ਅਕੈਡਮੀ ਘਰ ਨੂੰ ਕਾਹਤੇ, ਜਿਹੜੇ ਘਰ 'ਚ ਰਹਿ ਰਹੇ ਆ ਉਹਨੂੰ ਕਾਹਤੇ ਰਜਿਸਟਰ ਕਰਾਇਆ ਤੁਸੀਂ, ਵੱਖਰੀ ਬਣਾਓ ਤਾਂ ਅਕੈਡਮੀ। ਬਿਲਕੁਲ ਬਿਲਕੁਲ, ਵੀ ਘਰ ਨੂੰ ਅਕੈਡਮੀ ਦੇ ਨਾਂ ਦੇ ਉੱਤੇ ਦਰਜ ਕਰਾ ਕੇ ਉਹਦੇ ਉੱਤੇ ਟੈਕਸ ਰਸੀਦਾਂ, ਟੈਕਸ ਦੇ ਵਿੱਚ ਛੋਟ ਵਾਲੀਆਂ ਰਸੀਦਾਂ ਵੀ ਲਈਆਂ, ਟੈਕਸ ਦੇ ਵਿੱਚ ਵੀ ਛੋਟ ਜਿਹੀਆਂ ਸਾਰੀਆਂ ਸਹੂਲਤਾਂ ਉਹ ਪ੍ਰਾਪਤ ਕੀਤੀਆਂ। ਫਿਰ ਗੋਲਕ ਦੇ ਵਿੱਚੋਂ ਕਿਰਾਇਆ ਵੀ ਕੱਟਣਾ ਗੁਰੂ ਗ੍ਰੰਥ ਸਾਹਿਬ ਨੂੰ ਘਰ ਰੱਖਣ ਦਾ। ਫਿਰ ਕਹਿੰਦੇ ਵੀ ਸਾਡਾ ਗੁਰੂ ਦੇ ਨਾਲ ਪਿਆਰ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ। ਫਿਰ ਭਾਈ ਸਾਹਿਬ ਦੇ ਉੱਤੇ ਇਤਰਾਜ਼ ਇਹਨਾਂ ਨੇ ਇੱਕ ਇਹ ਕੀਤਾ, ਜਿਹੜੇ ਸੱਜਣ ਠੱਗ ਦੀ ਇਹਨਾਂ ਨੇ ਗੱਲ 3-4 ਵਾਰੀ ਕੀਤੀ ਉਹ ਪ੍ਰੋਗਰਾਮ ਦੇ ਵੀ ਜਦੋਂ ਸੱਜਣ ਠੱਗ ਨੂੰ ਗੁਰੂ ਸਾਹਿਬ ਮਿਲੇ ਆ ਵੀ ਸਿੱਧੇ ਰਾਹ ਪਾਇਆ ਉਹਨੂੰ, ਤੇ ਸੱਜਣ ਠੱਗ ਨੇ ਇਹ ਨਹੀਂ ਕਿਹਾ ਵੀ ਜਿਹੜੀ ਮੇਰੀ ਪਹਿਲੀ ਕਮਾਈ ਉਹ ਮੈਨੂੰ ਰੱਖ ਲੈਣ ਦੋ ਤੇ ਮੈਂ ਅੱਗੇ ਤੋਂ ਸਹੀ ਬਣ ਜਾਣਾ। ਗੁਰੂ ਸਾਹਿਬ ਕਹਿੰਦੇ ਵੀ ਪਹਿਲਾਂ ਜਿਹੜੀ ਕਮਾਈ ਆ ਉਹ ਪਹਿਲਾਂ ਵੰਡ ਤੇ, ਵੀ ਜੇ ਇਹ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਪਹਿਲਾਂ 15-20 ਸਾਲ ਪ੍ਰਚਾਰ ਕਰਕੇ ਗਲਤ ਤਰੀਕੇ ਦੇ ਨਾਲ ਆਪਣੀ ਜਾਇਦਾਦ ਬਣਾਈਆਂ ਤੇ ਇਹਨਾਂ ਨੂੰ ਪਹਿਲਾਂ ਉਹ ਛੱਡਣੀ ਚਾਹੀਦੀ। ਇਹ ਇਤਰਾਜ਼ ਇਹਨਾਂ ਨੇ ਬਾਰ-ਬਾਰ, ਮੈਂ 3-4 ਵਾਰੀ ਉਹ ਵੀਡੀਓ ਦੇ ਵਿੱਚ ਇਹਨਾਂ ਨੇ ਉਹ ਗੱਲ ਕੀਤੀ। ਹਾਂਜੀ, ਤੇ ਕੀ ਇਹ ਸਵਾਲ ਪ੍ਰੋਫੈਸਰ ਦੇ ਉੱਤੇ ਨਹੀਂ ਉੱਠੂਗਾ? ਨਹੀਂ, ਮੈਂ ਕਹਿੰਦਾ ਢੱਡਰੀਆਂ ਵਾਲੇ ਲਈ ਤਾਂ ਸਰੋਤੇ ਧਿਆਨ ਦੇਣ ਥੋੜਾ ਜਿਹਾ। ਜੇ ਭਾਈ ਰਣਜੀਤ ਸਿੰਘ ਇਦਾਂ ਕਰਦੇ ਵੀ ਉੱਥੇ ਆਪਣਾ ਭਰਾ ਆ ਉਹਨਾਂ ਦਾ ਜਾਂ ਆਪਣਾ ਪਿਤਾ ਉਹਨਾਂ ਦਾ, ਘਰ ਦੇ 2 ਮੈਂਬਰ ਜਿਹੜੇ ਹੁਣ ਟਰਸਟੀ ਵੀ ਆ ਉਹਨਾਂ ਦੇ, ਬਿਲਕੁਲ ਉਹ ਮਤਲਬ ਉਹ ਉਹਨਾਂ ਦੇ ਨਾਂ ਤੇ ਟਰਸਟ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਨਾ ਕਰਦੇ ਉਹ। ਬਿਲਕੁਲ ਜੀ, ਇੱਥੇ ਅਟਵਾਲ ਜੀ ਅਮਰੀਕਾ ਦੇ ਵਿੱਚ ਹੋਰ ਕਿੰਨੇ ਬੰਦੇ ਉਹਨਾਂ ਨੂੰ ਜਾਣਦੇ ਜਿਹੜੇ ਹਰ ਵੇਲੇ ਨਾਲ ਉਹਨਾਂ ਦੇ ਨਾਲ ਜਾਨ ਵਾਰਦੇ ਆ। ਬਿਲਕੁਲ, ਉਹ ਇਦਾਂ ਦੇ 4 ਬੰਦੇ 5 ਬੰਦੇ ਬਿਠਾ ਕੇ ਉਹਨਾਂ ਦੇ ਨਾਂ ਤੇ ਟਰਸਟ ਬਣਾਉਂਦੇ, ਉੱਥੋਂ ਕਰ ਦਿੰਦੇ ਰਿਜ਼ਾਈਨ ਆਪ। ਤੇ ਉਹ ਤੋਂ ਬਾਅਦ ਜਿੰਨੀ ਕਮਾਈ ਹੁੰਦੀ ਬਾਹਰੋਂ ਉਹ ਸਾਰੀ ਦੀ ਸਾਰੀ ਲਿਜਾ ਕੇ ਆਪਣੇ ਮਾਪੇ ਨੂੰ, ਪਰਿਵਾਰ ਨੂੰ ਦਿੰਦੇ। ਬਿਲਕੁਲ, ਮਤਲਬ ਫੇਰ ਠੀਕ ਸੀ ਇਹਨਾਂ ਲਈ। ਆਹ ਫੇਰ ਤਸੱਲੀ ਹੋ ਜਾਣੀ ਸੀ ਇਹਨਾਂ ਦੀ। ਜੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਸੇ ਤਰੀਕੇ ਨਾਲ ਕੀਤਾ। ਧੁੰਦੇ ਹੁਣੇ ਕੀ ਕਰਦੇ ਆ? ਬਿਲਕੁਲ ਬਿਲਕੁਲ, ਬਾਹਰੋਂ ਜਿੰਨੇ ਪੈਸੇ ਲੈ ਕੇ ਜਾਂਦੇ ਆਪਣੇ ਟੱਬਰ ਨੂੰ ਦਿੰਦੇ ਆ ਉਹ। ਬਿਲਕੁਲ, ਇਦਾਂ ਹੀ ਇਹ ਕਰਨ ਲੱਗ ਪੈਂਦੇ। ਹੁਣ ਤਰਕ ਜਿਹੜਾ ਹੈ, ਤਰਕ ਜਿਹੜਾ ਹੈਗਾ ਉਹ ਤਾਂ ਸਾਰਿਆਂ ਤੇ ਲੱਗਣਾ ਨਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਪਹਿਲਾਂ 10 ਗ੍ਰੰਥ ਪੜ੍ਹ ਕੇ ਕਮਾਈ ਕੀਤੀ ਆ। ਜੇ 10 ਗ੍ਰੰਥ ਦਾ ਜਦੋਂ ਵਿਰੋਧ ਸ਼ੁਰੂ ਕੀਤਾ ਵਾ, ਜੋ 10 ਗ੍ਰੰਥ ਪੜ੍ਹ ਕੇ ਜਿਹੜੀ ਕਮਾਈ ਕੀਤੀ ਆ, ਕਿ ਉਹ ਵੰਡ ਦਿੱਤੀ ਉਹਨਾਂ ਨੇ? ਦੱਸ ਦਿਓ, ਦੇ ਦਿਓ ਸਬੂਤ। ਹੁਣ ਜਥੇਦਾਰਾਂ ਦੇ ਵਿਰੋਧ ਵਿੱਚ ਬੋਲਦੇ ਆ, ਜਥੇਦਾਰਾਂ ਨੂੰ ਕਦੇ ਪੱਪੂ ਕਹਿੰਦੇ ਆ, ਕਦੀ ਕੁਛ ਕਹਿੰਦੇ ਆ। ਜਦੋਂ ਜਿਹੜੀ ਕਮਾਈ ਆਪ ਜਥੇਦਾਰ ਬਣ ਕੇ ਕੀਤੀ ਆ ਉਹਨਾਂ ਨੇ, ਉਹ ਕਮਾਈ ਵੰਡ ਦਿੱਤੀ ਉਹਨਾਂ ਨੇ, ਉਹ ਕਮਾਈ ਛੱਡ ਦਿੱਤੀ ਉਹਨਾਂ ਨੇ। ਨਾ ਢੱਡਰੀਆਂ ਇਹਦਾ ਤਾਂ ਜੋ ਕੁਝ ਵੀ ਹੈਗਾ ਉਹਨਾਂ ਆਪਣੇ ਨਾਲ ਤਾਂ ਰੱਖਿਆ ਹੀ ਕੁਛ ਨਹੀਂ ਹੈਗਾ। ਪ੍ਰੋਫੈਸਰ ਦਰਸ਼ਨ ਸਿੰਘ ਵੀ ਜਿਹੜਾ ਹੈਗਾ, ਚਲੋ ਟਰਸਟ ਬਣਾ ਕੇ ਉਹਦੇ ਨਾਲ ਕਰਨ ਵਾਸਤੇ ਤਿਆਰ ਹੋਣਗੇ? ਕਦੇ ਵੀ ਨਹੀਂ ਹੋਣਗੇ। ਫਿਰ ਆਪਣੀ ਵੱਲੋਂ ਜਿੱਦਾਂ ਇਹਨਾਂ ਨੇ ਵੀ ਅਸੀਂ ਰਿਐਕਟ ਕੋਈ ਨਹੀਂ ਕਰਦੇ ਪਏ, ਅਸੀਂ ਮਹਾਤਮਾ ਬੁੱਧ ਹਾਂ, ਅਸੀਂ ਰਿਐਕਟ ਨਹੀਂ ਕਰਨਾ ਕਿਸੇ ਚੀਜ਼ ਦਾ। ਮੈਂ ਨਾ ਤੁਸੀਂ ਕਿਸੇ ਨੇ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ ਬੇਸਮੈਂਟ ਦਾ ਕਿਰਾਏ ਤੋਂ, ਜਿਹੜੀ ਗੋਲਕ ਵਿੱਚੋਂ ਦਾ ਕਿਰਾਇਆ ਕੱਟਦੇ ਰਹੇ ਆ ਜਿੱਦਾਂ, ਉਹ ਪੋਸਟ ਪਾਈ ਆ ਕਿਸੇ ਨੇ ਫੇਸਬੁੱਕ ਦੇ ਉੱਤੇ, ਉੱਥੋਂ ਚੱਕ ਕੇ ਉਹ ਘੱਗਾ ਜੀ ਦੀ ਬੇਟੀ ਨੇ ਵੀ ਸ਼ੇਅਰ ਕੀਤੀ ਆ। ਆਹੋ, ਤੇ ਉਹਦਾ ਇਹਨਾਂ ਨੇ ਜਿੱਦਾਂ ਪੋਸਟਰ ਬਣਾ ਕੇ ਜਿੱਦਾਂ ਹੈਗਾ ਉਹ ਸ਼ੇਅਰ ਕੀਤਾ ਹੋਇਆ, ਉਹਦੇ ਉੱਤੇ ਕਈ ਕੁਛ ਲਿਖਿਆ ਵੀ ਆ ਉਹਦੇ ਉੱਤੇ, ਜਿੱਦਾਂ ਵੀ ਭਾਸ਼ਾ ਦੀ ਗੱਲ ਮੈਂ ਕਰਦਾ ਪਿਆ ਵਾਂ। ਜਦੋਂ ਤੁਹਾਡੇ ਤੇ ਅਟੈਕ ਹੋਇਆ ਸੀ ਉਦੋਂ ਵੀ ਇਹਨਾਂ ਨੇ ਬੜੇ ਪ੍ਰੋਗਰਾਮ ਇਸ ਸੰਬੰਧ ਵਿੱਚ ਕੀਤੇ। ਖਾਸ ਤੌਰ ਤੇ ਇਹਨਾਂ ਨੇ ਉਸ ਵੇਲੇ ਆਪਣੇ ਉਹਦਾ ਦਲੇਰ ਕੌਰ ਦਾ ਤਕਰੀਬਨ ਜਿੰਨੇ ਨੇ ਵੀ ਪ੍ਰੋਗਰਾਮ ਕੀਤੇ ਕਾਫੀਆਂ ਦੇ ਰੌਲਾ ਪਾਇਆ। ਈਵਨ ਇੱਥੇ ਵੀ ਵੈਨਕੂਵਰ ਤੋਂ ਵੀ ਜਿਹੜੇ ਪ੍ਰੋਗਰਾਮ ਰੇਡੀਓ ਦੇ ਉੱਤੇ ਕੀਤੇ ਆ, ਵੀ ਉਹਨਾਂ ਨੂੰ ਹਰਨੇਕ ਸਿੰਘ ਹੋਣਾ ਨੇ ਦੁੱਖੀ ਦੀ ਢਾਡਣ ਕਹਿ ਦਿੱਤਾ। ਇਸ ਗੱਲ ਦੇ ਉੱਤੇ ਇਹਨਾਂ ਨੇ ਚੀਕ ਝਾੜਾ ਕਾਫੀ ਪਾਇਆ ਸਾਰੇ, ਵੀ ਇਹ ਸ਼ਬਦਾਵਲੀ ਜਿਹੜੀ ਹੈਗੀ ਉਹ ਗਲਤ ਵਰਤੀ ਆ। ਹੁਣ ਘੱਗਾ ਜੀ ਦੀ ਬੇਟੀ ਨੇ
ਉਹ ਜਿਹੜੀ ਪੋਸਟ ਆ ਉਹ ਸ਼ੇਅਰ ਕੀਤੀ ਆ, ਉਹ ਕਈਆਂ ਨੇ ਪੋਸਟ ਉਹ ਸ਼ੇਅਰ ਕੀਤੀ ਹੋਈ ਆ, ਜਿਹਦਾ ਕਰਕੇ ਇਹਨਾਂ ਨੇ ਸੁਚੱਜੀ ਕੁਚੱਜੀ ਲੈ ਕੇ ਕਈ ਕੁਛ ਉਹ ਪੋਸਟਰ ਦੇ ਉੱਤੇ ਉਹ ਬਣਾ ਕੇ ਲਿਖਿਆ। ਹੁਣ ਢੱਡਰੀਆਂ ਦੀ ਫੋਟੋ ਵੀ ਲਾਈ, ਤੁਹਾਡੀ ਵੀ, ਮੇਰੀ ਵੀ, ਉਹਦੀ ਘੱਗਾ ਜੀ ਦੀ ਬੇਟੀ ਦੀ ਵੀ। ਤੇ ਜੇ ਕਿਧਰੇ ਦਲੇਰ ਕੌਰ ਨੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਖਿਲਾਫ ਵਾਰਾਂ ਬਣਾ ਕੇ ਗਾਈਆਂ ਹੁੰਦੀਆਂ, ਕੀ ਇਹ ਰਿਐਕਟ ਨਾ ਕਰਦੇ ਉਦੋਂ? ਫਿਰ ਕਿੱਥੋਂ ਤੱਕ ਇਹ ਜਾਂਦੇ? ਜਿਸ ਤਰੀਕੇ ਦੇ ਨਾਲ ਉਹਨੇ ਤੁਹਾਡੇ ਸਬੰਧ ਦੇ ਵਿੱਚ ਵਾਰਾਂ ਬਣਾ ਕੇ ਗਾਈਆਂ ਹੋਏ ਸੀਗੇ, ਕੋਈ ਭਿੰਡਰਾਵਾਜ ਦਾ ਚੇਲਾ ਨੰਬਰ ਵਾਜੂਗਾ, ਏਦਾਂ ਦੀਆਂ ਕਈ ਗੀਤ ਉਹਨਾਂ ਨੇ ਬਣਾ ਕੇ ਗਾਏ ਆ ਔਰ ਸਟੇਜਾਂ ਤੋਂ ਸ਼ਰੇਆਮ ਬੋਲੀ। ਔਰ ਜਿਸ ਤਰੀਕੇ ਦੇ ਨਾਲ ਹੁਣ ਉਹ ਢੱਡਰੀਆਂ ਵਾਲੇ ਦੇ ਖਿਲਾਫ ਬੋਲੀ ਆ ਪਿੱਛੇ ਜੇ, ਕਿ ਜੇ ਇਸ ਤਰੀਕੇ ਦੇ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਦੇ ਖਿਲਾਫ ਉਹ ਬੋਲੀ ਹੁੰਦੀ, ਕੀ ਇਹ ਰਿਐਕਟ ਨਾ ਕਰਦੇ ਉਸ ਵੇਲੇ? ਦੁੱਕੀ ਦੀ ਢੱਡ ਨੇ ਕਹਿਣਾ ਤਾਂ ਕੁਝ ਵੀ ਗੱਲ ਨਹੀਂ ਹੈ ਨਹੀਂ ਸੀ ਉਸ ਵੇਲੇ। ਜੋ ਕੁਝ ਇਹਨਾਂ ਨੇ ਉਹਦੇ ਸੰਬੰਧ ਦੇ ਵਿੱਚ ਪੋਸਟਰ ਜਿੱਦਾਂ ਦੇ ਬਣਾ ਕੇ ਇਹਨਾਂ ਨੇ ਪੇਸ਼ ਕਰਨੇ ਸੀਗੇ। ਨਾਲੇ ਆਪਣਾ ਨਹੀਂ ਤਾਂ ਕਿਸੇ ਦੀ ਸ਼ੇਅਰ ਕੀਤੀ ਆ ਗੱਲ, ਕਹੀ ਹੋਈ ਗੱਲ ਤਾਂ ਇੱਥੋਂ ਹੋਈ ਆ, ਇੱਥੋਂ ਸਾਨੂੰ ਪੁੱਛਦੇ ਜਿਹੜੀ ਕਈਆਂ ਨੇ ਸ਼ੇਅਰ ਕੀਤੀ ਆ, ਉਹ ਇੱਥੋਂ ਆਪਾਂ ਗੱਲ ਕੀਤੀ ਆ, ਉਹ ਕਈਆਂ ਨੇ ਸ਼ੇਅਰ ਕੀਤੀ ਆ। ਤਾਂ ਮੈਂ ਤਾਂ ਉਹ ਦੱਸਿਆ ਵਾ ਵੀ ਮੈਂ ਉਹ ਗੱਲ ਕੀਤੀ, ਮੈਨੂੰ ਕਿਸੇ ਦੇ ਕੋਲੋਂ ਉਹ ਸਰਟੀਫਾਈ ਕਰਾਉਣ ਦੀ ਜ਼ਰੂਰਤ ਨਹੀਂ। ਪ੍ਰੋਫੈਸਰ ਦਰਸ਼ਨ ਸਿੰਘ ਦੇ ਮੂੰਹੋਂ ਖੁਦ ਸੁਣੀ ਹੋਈ ਗੱਲ ਹੈ। ਉੱਥੇ ਉਹਨਾਂ ਨੇ ਦੱਸਿਆ ਵੀ ਖਾਲਸਾ ਨਿਊਜ਼ ਜਿਹੜੀ ਹੈਗੀ ਆ ਇਹ ਵੀ ਮੈਂ ਰਜਿਸਟਰਡ ਕਰਵਾਈ ਸੀ ਸਟਾਰਟਿੰਗ ਦੇ ਵਿੱਚ। ਇਹ ਕਹਿੰਦੇ ਵੀ ਬੱਚਿਆਂ ਨੇ ਕਿਹਾ ਵੀ ਅਸੀਂ ਕੁਝ ਕਰਨਾ ਚਾਹੁੰਦੇ, ਤੇ ਮੈਂ ਉਸ ਵੇਲੇ ਕਿਹਾ ਤਾਂ ਵੀ ਮੈਂ ਖਾਲਸਾ ਨਿਊਜ਼ ਰਜਿਸਟਰ ਕਰਾਈ ਆ ਵੀ ਤੁਸੀਂ ਇਹ ਵਰਤ ਲਓ। ਔਰ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਹ ਖਾਲਸਾ ਨਿਊਜ਼ ਚੱਲੀ ਆ, ਉੱਤੇ ਉਹਦੇ ਟੌਪ ਦੇ ਉੱਤੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਫੋਟੋ ਹੁੰਦੀ ਸੀ। ਜਿਨ੍ਹਾਂ ਨੇ ਸ਼ੁਰੂ ਚ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ, ਸ਼ੁਰੂਆਤ ਦੇ ਵਿੱਚ ਉਹਨਾਂ ਦੇ ਉੱਤੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਫੋਟੋ ਹੁੰਦੀ ਸੀ। ਬਾਅਦ ਦੇ ਵਿੱਚ ਇਹਨਾਂ ਨੇ, ਜਾਂ ਮੇਰੇ ਖਿਆਲ ਕਰੀ ਸੱਦੇ ਵਾਲੀ ਨੇ ਵੀ ਇੱਥੇ ਜਿਹੜੇ ਹੈਗਾ ਵਾ ਸੁਖਮਿੰਦਰ ਸਿੰਘ ਹੰਸਰਾ, ਉਹਨਾਂ ਦੇ ਖਿਲਾਫ ਕੁਝ ਲਿਖਿਆ ਸੀਗਾ, ਕੁਝ ਬੋਲ ਦਿੱਤਾ, ਕੁਝ ਲਿਖਿਆ ਸੀ ਇਹਨਾਂ ਨੇ ਉਹਦੇ ਸੰਬੰਧ ਵਿੱਚ। ਉਹਨਾਂ ਨੇ ਸ਼ਾਇਦ ਇਹਨੂੰ ਲੈਟਰ ਲੂਟਰ ਦਾ ਪਾਇਆ। ਉਹ ਤੋਂ ਬਾਅਦ ਇਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਫੋਟੋ ਤੋਂ ਲਾ ਦਿੱਤੀ ਸੀਗੀ। ਉਹਦਾ ਉਹਨਾਂ ਨੇ ਅਪੋਲੋਜਾਈਜ਼ ਵੀ ਉਹਦੇ ਸੰਬੰਧ ਵਿੱਚ ਕੀਤਾ ਹੋਇਆ ਸੀਗਾ, ਸੱਦੇ ਵਾਲੀਏ ਨੇ ਵੀ। ਪਰ ਸ਼ੁਰੂਆਤੀ ਦਿਨਾਂ ਦੇ ਵਿੱਚ ਇਹਨੂੰ ਰਜਿਸਟਰ ਕਰਵਾਇਆ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ। ਇਹਦੇ ਤੋਂ ਮੁੱਕਰ ਥੋੜੀ ਸਕਦੇ ਵੀ ਇਹ ਤੋਂ ਵੱਖਰਾ ਆਪਣੇ ਆਪ ਨੂੰ ਥੋੜੀ ਕਰ ਸਕਦੇ। ਔਰ ਇਹ ਗੱਲਾਂ ਹੈਗੀਆਂ ਜਿਹੜੀਆਂ ਉਹਨਾਂ ਨੇ ਖੁਦ ਆਪ ਦੱਸੀਆਂ ਹੋਈਆਂ। ਜਿਹੜੀ ਗੱਲ ਤੁਸੀਂ ਉਹ ਕੀਤੀ ਹੈ ਨਾ, ਪੋਸਟਰ ਦੇ ਉੱਤੇ ਵੀ ਲਿਖੀ ਹੋਈ ਹੈ ਵੀ ਜੇ ਇਹਨਾਂ ਦੇ ਕੋਲ ਤਾਕਤ ਹੋਵੇ, ਜਾਗਰੂਕਾਂ ਦੇ ਕੋਲ, ਇਹਨਾਂ ਜਥੇਦਾਰਾਂ ਦੇ ਕੋਲ, ਇਹ ਕਦੇ ਵੀ ਘਟ ਨਾ ਕਰਨ। ਹੁਣ ਤੱਕ ਤਾਂ ਢੱਡਰੀਆਂ ਵਾਲਾ ਕਦੋਂ ਦਾ ਛੇਕਿਆ ਹੋਣਾ ਸੀ ਜੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੁੰਦੇ। ਨਾਲੇ ਇਹ ਤਾਂ ਬਹੁਤ ਉਲਾਰੂ ਆ ਜੀ, ਇਹ ਤਾਂ ਇਹਨਾਂ ਨੂੰ ਤਾਂ ਜੇ ਹੁਣ ਖਾਲਸਾ ਨਿਊਜ਼ ਵਾਲਾ ਜਾਂ ਪ੍ਰਭਦੀਪ ਆ, ਪ੍ਰੋਫੈਸਰ ਜਿੱਦਾਂ ਚੁੱਪਿਆ, ਬਾਦਲ ਏਡੇ ਕਮੀਨੇ ਥੋੜੋ ਇਹਨਾਂ ਵਰਗੇ। ਉਹਨਾਂ ਨੂੰ ਤਾਂ ਪਤਾ ਹੈ ਨਾ ਵੀ ਦੁਨੀਆ ਦੇ ਨਾਲ ਡੀਲ ਕਿੱਦਾਂ ਕਰਨੀ ਆ। ਇਹ ਤਾਂ ਹੁਛੇ, ਇਹ ਤਾਂ ਕੁਛ ਮਿਲ ਗਿਆ ਇਹਨਾਂ ਨੂੰ, ਇਹ ਤਾਂ ਪਾਣੀ ਪੀ ਆਫਰਨਗੇ। ਤਾਂ ਬਿਲਕੁਲ ਬਿਲਕੁਲ ਬਿਲਕੁਲ। ਉਹ ਅੱਗੇ ਜਦੋਂ ਮੇਰੇ ਨਾਲ ਗੱਲ ਕਰਦਾ ਕੋਈ ਵੀ ਪੰਜ ਪਿਆਰੇ ਬੜੇ ਹੋ ਚੁੱਕੇ ਸੀਗੇ, ਜਿੱਦਾਂ ਇੱਕ ਤਾਂ ਪੰਜ ਪਿਆਰੇ ਪੰਜ ਤਖਤਾਂ ਵਾਲੇ ਹੋ ਗਏ, ਕੁਝ ਸਰਬੱਤ ਖਾਲਸਾ ਵਾਲੇ ਨੇ ਬਣਾਤੇ ਸੀ ਉਦੋਂ। ਉਹਨਾਂ ਵੀ ਤੁਹਾਨੂੰ ਛੇਕਿਆ, ਤੁਹਾਨੂੰ ਤਾਂ 10 ਪਿਆਰਿਆਂ ਨੇ ਛੇਕਿਆ ਮੇਰਾ ਖਿਆਲ। ਇੱਕ ਦਾ ਕਰੀਏ, ਦੂਜੇ ਵੀ ਪੰਜ ਉਹ ਜਿਹੜੇ ਅੰਮ੍ਰਿਤ ਛਕਾਉਂਦੇ ਆ, ਉਹ ਪੰਜ ਪਿਆਰੇ ਆਪਣੇ ਨਾ ਇੰਗਲੈਂਡ ਵੀ ਸੱਚ ਤੋਂ ਅਕਾਲ ਤਖਤ ਦੇ ਉੱਤੇ ਵੀ। ਅਕਾਲ ਤਖਤ ਦੇ ਉੱਤੇ ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ, ਉਹ ਵੀ ਪੰਜ ਉਹਨਾਂ ਕੱਢ ਕੁੱਟ ਦਿੱਤੇ। ਉਹਨਾਂ ਵੀ ਆਪਣਾ ਜਿੱਥੇ ਜਾਂਦੇ ਪੰਜੇ ਇਕੱਠੇ ਚੱਲ ਜਾਂਦੇ ਸੀਗੇ ਵੀ ਅਸੀਂ ਪੰਜ ਪਿਆਰੇ। ਏਦਾਂ ਇੱਕ ਵਾਰੀ ਉਦੋਂ ਹੋਇਆ ਸੀ ਜਦੋਂ ਆਪਣੇ ਇਹਨੂੰ ਜਗੀਰ ਕੌਰ ਨੂੰ ਨਹੀਂ ਸੀ ਛੇਕ ਦਿੱਤਾ ਉਹਨਾਂ ਨੇ। ਆਪਣੇ ਜਿਹੜਾ ਜਥੇਦਾਰ ਪੂਰਨ ਸਿੰਘ ਨੇ ਆਪਣੇ ਫੈਕਸ ਦੀ ਰਾਹੀਂ ਹੁਕਮਨਾਮਾ ਭੇਜ ਕੇ ਉਹਨੇ ਸਾਰੇ ਛੇਕ ਦਿੱਤੇ, ਵਿੱਚੇ ਕੇਵਲ ਸਿੰਘ, ਵਿੱਚੇ ਮਨਜੀਤ ਸਿੰਘ। ਉਧਰ ਕੇਵਲ ਸਿੰਘ ਉਹਨਾਂ ਨੇ ਆਪਣੇ ਪੰਜ ਪਿਆਰੇ ਲੈ ਕੇ ਉਹਨਾਂ ਨੂੰ ਤਨਖਾਹੀ ਕਰਾਰ ਦੇ ਦਿੱਤਾ। ਮੇਰੇ ਕਹਿਣ ਦਾ ਮਤਲਬ ਜਿਹੜਾ ਜਿੱਥੇ ਜ਼ੋਰ ਚੱਲਦਾ ਨਾ ਉਹ ਆਪਣਾ ਚਲਾਈ ਜਾਂਦਾ। ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਬਦਕਿਸਮਤੀ ਇਹ ਹੈ ਵੀ ਇਹਨਾਂ ਨੂੰ ਸਾਬਕਾ ਪੰਜ ਪਿਆਰੇ ਵੀ ਨਹੀਂ ਲੱਭਦੇ। ਜੇ ਕਿਤੇ ਸਾਬਕਾ ਪੰਜ ਜਥੇਦਾਰ ਇਕੱਠੇ ਹੋ ਜਾਣ ਨਾ ਤਾਂ ਘਾਟੇ ਵੀ ਨਾ ਕਰਨ। ਸਾਬਕਾ ਪੰਜ ਵੀ ਇਕੱਠੇ ਨਹੀਂ ਹੋ ਰਹੇ ਇਹਨਾਂ ਦੇ। ਇਹਨੀ ਵੀ ਛੇਕ ਛਕਾਈਆ ਸ਼ੁਰੂ ਕਰ ਦੇਣਾ ਏਦਾਂ ਵੀ ਜਿਹੜੇ ਵਧੀਆ, ਇਹਨੇ ਕਹਿਣਾ ਜਿਹੜੇ ਵਧੀਆ ਪੰਜ ਪਿਆਰੇ ਵੀ ਨਹੀਂ ਛੇਕਿਆ। ਬਿਲਕੁਲ ਬਿਲਕੁਲ ਬਿਲਕੁਲ। ਉਹ ਮੈਂ ਤਾਂ ਉਹੀ ਗੱਲ ਕਰਦਾ ਸੀ, ਜਿੰਨੀਆਂ ਵੀ ਗੱਲਾਂ ਕਰਦੇ ਆ ਉਹ ਸਾਰਾ ਕੁਛ ਕਰਾ ਕੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਸਿਰ ਦੇ ਵਿੱਚ ਇਹ ਸਵਾਲ ਚੰਗੀ ਤਰ੍ਹਾਂ ਪਵਾ ਰਹੇ ਆ। ਜੋ ਕੁਝ ਵੀ ਕਰਦੇ ਐਨ ਮਿੱਟੀ ਪਟਵਾ ਕੇ ਹਟਣਗੇ, ਉਹਦੀ ਜੋ ਮਰਜ਼ੀ ਹੋ ਜਾਏ ਜਾਣੀ।
ਚਲੋ ਗੱਲ ਕਰਦੇ ਆ, ਮੈਂ ਤਾਂ ਕਈ ਵਾਰ ਸੋਚਦਾ ਵੀ ਗੱਲ ਕਰੋ ਰਜੀਵਪਾਲ ਸਿੰਘ ਇਹਨਾਂ ਦਾ ਸਾਥੀ ਸੀਗਾ, ਉਹਨਾਂ ਦੀ ਸ਼ਰਮ ਮਾਰਦੀ ਹੈ ਵੀ ਬੰਦਾ ਭਲਾ ਮਾਨਸ ਆ, ਉਹਨਾਂ ਬੈਠੇ ਉੱਠੇ ਆ ਜਿੱਦਾਂ ਕਾਫੀ 5-6 ਸਾਲ ਜਿੱਦਾਂ ਵੀ ਇਹਨਾਂ ਦੀ ਗੱਲ ਕਰਦੇ ਉਹਨਾਂ ਦਾ ਕਰਕੇ ਥੋੜੀ ਸ਼ਰਮ ਆਉਂਦੀ। ਨਹੀਂ ਤਾਂ ਹੁਣ ਕਾਲਾ ਫਗਾਨਾ ਜੀ ਨੇ ਜੋ ਕੁਝ ਕੀਤਾ ਆਪਾਂ ਜਾਣਦੇ ਆ ਸਾਰਾ ਕੁਝ, ਔਰ ਕਾਲਾ ਫਗਾਨਾ ਜੀ ਦੀ ਜਿੰਨੀ ਵਿਰੋਧਤਾ ਪ੍ਰੋਫੈਸਰ ਦਰਸ਼ਨ ਸਿੰਘ ਕਰਦਾ ਸੀ, ਮੇਰਾ ਨਹੀਂ ਖਿਆਲ ਟਕਸਾਲੀ ਉਹ ਨਹੀਂ ਕਰਦੇ ਹੁਣ। ਨਹੀਂ, ਬਿਲਕੁਲ ਬਿਲਕੁਲ। ਜਿੰਨਾ ਸਾੜਾ, ਜਿੰਨੀ ਈਰਖਾ, ਜਿੰਨੀ ਨਫ਼ਰਤ ਜਿਹੜੀ ਹੈਗੀ ਆ ਇਹਨਾਂ ਦੇ ਮਨ ਦੇ ਅੰਦਰ ਭਰੀ ਹੋਈ। ਮੈਂ ਸ਼ਾਇਦ ਅੱਗੇ ਵੀ ਦੱਸਿਆ ਸੀ, ਉਹ ਬਚਿੱਤਰ ਸਿੰਘ ਜਿਹੜੇ ਵੈਨਕੂਵਰ ਤੋਂ ਆ, ਉਹ ਥੋੜਾ ਜਿਹਾ ਸੁਭਾਅ ਉਹਨਾਂ ਦਾ ਗਰਮ ਸੁਭਾਅ ਦੇ ਮਾਰ ਕੇ ਆ। ਸ਼ਾਇਦ ਤੁਹਾਡੇ ਨਾਲ ਪਤਾ ਨਹੀਂ ਗੱਲਬਾਤ ਹੋਈ ਜਾਂ ਨਹੀਂ ਹੋਈ ਨਾ, ਹੋਈ ਗੱਲ ਕਈ ਵਾਰ ਹੋਈ। ਹਾਂਜੀ, ਉਦਾਂ ਸੁਭਾਅ ਦੇ ਤੌਰ ਦੇ ਉੱਤੇ ਥੋੜਾ ਜਿਹਾ ਜਿੱਦਾਂ ਖਲੋਣ ਵਾਲੇ ਆ ਜਿੱਦਾਂ, ਹਨਾ। ਉਹ ਇੱਥੇ ਆਏ ਮਿਲਣ ਵਾਸਤੇ, 2-3 ਦਿਨ ਮੇਰੇ ਕੋਲ ਰਹੇ, 2-3 ਦਿਨ ਇਹਨਾਂ ਦੇ ਕੋਲ ਰਹੇ। ਉਹ ਇੱਕ ਦਿਨ ਮੈਨੂੰ ਫੋਨ ਆਇਆ, ਕਹਿੰਦੇ ਵੀ ਤੁਸੀਂ ਆਓ ਇੱਥੇ, ਮੈਂ ਘਰ ਦੇ ਲਾਗੇ ਸੀ ਅਕੈਡਮੀ, ਮੈਂ ਚਲਾ ਗਿਆ। ਮੈਂ ਕਿਹਾ ਦੱਸੋ, ਕਹਿੰਦੇ ਵੀ ਆਪਾਂ ਕਾਲਾ ਫਗਾਨਾ ਜੀ ਨੂੰ ਮਿਲਣ ਜਾਣਾ। ਕਹਿੰਦਾ ਮੈਂ ਕਿਹਾ ਵੀ ਚਲੋ। ਉਹ ਮੈਂ ਜਦੋਂ ਗੱਡੀ 'ਚ ਬੈਠਾ ਲੈ ਕੇ ਉਹਨਾਂ ਨੂੰ, ਅਸੀਂ ਕਾਲਾ ਫਗਾਨਾ ਜੀ ਦੇ ਘਰ ਨੂੰ ਗਏ, ਉਹ ਮੈਨੂੰ ਤਾਂ ਪਤਾ ਚੱਲਿਆ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਪੂਰਾ ਤਿਆਰ ਕਰਕੇ ਉਹਨੂੰ ਭੇਜਿਆ ਵੀ ਜਾ ਕੇ ਉਹਦੇ ਗੱਲ ਪੈ ਜਾਣਾ। ਅੱਛਾ, ਵੀ ਉਹਨੂੰ ਧੱਕੇ ਧੁੱਕੇ ਮਾਰ ਕੇ ਆਵੇ ਜਿੱਦਾਂ ਇਹ ਚੰਗੀ ਤਰ੍ਹਾਂ ਜਿੱਦਾਂ। ਉਹ ਮੈਂ ਜਦੋਂ ਜਾਂਦੇ ਜਾਂਦੇ ਗੱਲ ਕੀਤੀ ਤੇ ਮੈਂ ਕਿਹਾ ਵੀ ਕਾਹਦੇ ਵਾਸਤੇ, ਮੈਂ ਕਿਹਾ ਇਹਦਾ ਫਾਇਦਾ ਕੀ ਹੋਊਗਾ, ਮੈਂ ਕਿਹਾ ਕਾਹਦੇ ਵਾਸਤੇ ਆਪਾਂ ਇਹ ਕੰਮ ਕਰਨਾ। ਉਹ ਜਦੋਂ ਗੱਲਬਾਤ ਕੀਤੀ ਫਿਰ ਉਹ ਥੋੜਾ ਉਹ ਵੀ ਸਮਝ ਵਿੱਚ ਆਇਆ ਵੀ ਇਹ ਪ੍ਰੋਫੈਸਰ ਦਰਸ਼ਨ ਸਿੰਘ ਆਪਣਾ ਜਿਹੜਾ ਹੈਗਾ ਦੂਸਰੇ ਦੇ ਮੋਢੇ ਦੇ ਉੱਤੇ ਰੱਖ ਕੇ ਚਲਾ ਰਿਹਾ। ਉਹ ਸੁੱਚਾਨੰਦ ਬਿਲਕੁਲ ਬਿਲਕੁਲ ਆ ਜਿਹੜਾ ਸ਼ਬਦ ਭਾਈ ਸਾਹਿਬ ਨੇ ਵਰਤਿਆ, ਸਾਰਾ ਗਰੁੱਪ ਹੀ ਉਹੀ, ਸਾਰਾ ਗਰੁੱਪ ਹੀ ਉਹ ਆ, ਬਸ ਸਾਰਾ ਗਰੁੱਪ ਹੀ ਉਹੀ ਆ। ਵੀ ਜਾਣੀ ਕਿ ਉਹਨੂੰ ਪੂਰਾ ਤਿਆਰ ਕਰਕੇ ਭੇਜਿਆ ਵੀ ਜਾਂਦਾ ਉਹਦੇ ਕਾਲੇ ਫਗਾਨੇ ਦੇ ਜਦੋਂ ਉਹ ਗੱਲ ਪੈ ਜਾਵੇ। ਉਹਨਾਂ ਦੀ ਕਿਤੇ ਕਾਲਾ ਫਗਾਨਾ ਕਿਸੇ ਵੇਲੇ ਵੈਨਕੂਵਰ ਉਹਨਾਂ ਦੇ ਕੋਲ ਰਹੇ ਹੋਏ ਆ, ਕਿਸੇ ਗੱਲੋਂ ਉਹਨਾਂ ਦੀ ਆਪਸੀ ਅਣਬਣ ਹੋ ਗਈ, ਕਿਸੇ ਗੱਲੋਂ ਉਹਨਾਂ ਦੀ ਆਪਸ ਵਿੱਚ ਥੋੜੀ ਬਹੁਤੀ ਉਹ ਵੇਲੇ ਨਾਰਾਜ਼ਗੀ ਹੋ ਗਈ, ਕਿਤੇ ਪਹਿਲੀਆਂ 'ਚ ਕਦੇ ਤਕਰੀਬਨ 25-30 ਸਾਲ ਪਹਿਲਾਂ ਦੀ ਗੱਲ। ਹਾਂਜੀ, ਤੇ ਉਸੇ ਗੱਲ ਨੂੰ ਜਦੋਂ ਕੀਤਾ ਹੋਣਾ ਮੁੜ ਕੇ ਫਿਰ ਜਾਨੀ ਕਿ ਇਹਨਾਂ ਨੇ ਤਾਂ ਉਸੇ ਜਿੱਦਾਂ ਚੰਗੀ ਤਰ੍ਹਾਂ ਟੀਲੀ ਲਾਈ ਦੀ ਹੁੰਦੀ ਉਹ ਕੰਮ ਕੀਤਾ। ਉਹ ਤਾਂ ਜਾਂਦੇ ਜਾਂਦੇ ਮੈਂ ਗੱਲਬਾਤ ਕੀਤੀ ਤੇ ਮੈਂ ਕਿਹਾ ਤੁਸੀਂ ਠੰਡੇ ਰਹੋ, ਜੇ ਮੈਂ ਕਿਹਾ ਕਿਉਂ ਗਲਤ ਬੋਲੋਗੇ ਕਿ ਤੁਸੀਂ ਬੋਲਿਓ। ਕੁਦਰਤੀ ਅਸੀਂ ਗਏ ਉੱਥੇ ਤੇ ਬੜਾ ਸੋਹਣੇ ਤਰੀਕੇ ਦੇ ਨਾਲ, ਇੱਕ ਤਾਂ ਬਜ਼ੁਰਗ ਹੋ ਚੁੱਕੇ ਸੀ ਕਾਫੀ, ਪਛਾਣਿਆ ਥੋੜੇ ਚਿਰ ਬਾਅਦ, ਮੁੜ ਕੇ ਬੜੇ ਖੁਸ਼ ਹੋ ਕੇ ਮਿਲੇ। ਮੈਂ ਘੰਟਾ 1.5 ਘੰਟਾ ਭਾਈ ਬਲਦੇਵ ਸਿੰਘ ਟੋਰਾਂਟੋ ਵਾਲੇ ਵੀ ਉਧਰੋਂ ਉੱਥੇ ਬੈਠੇ ਹੋਏ ਸੀ ਉਹਨਾਂ ਦੇ ਘਰ ਵਿੱਚ, ਅੱਧਾ ਪੌਣਾ ਘੰਟਾ ਅਸੀਂ ਉੱਥੇ ਗੱਲਬਾਤ ਕੀਤੀ, ਬੜੀ ਸੋਹਣੀ ਗੱਲਬਾਤ ਹੋਈ, ਬੜੇ ਸੋਹਣੇ ਤਰੀਕੇ ਦੇ ਨਾਲ ਗੱਲਬਾਤ ਕਰਕੇ ਅਸੀਂ ਵਾਪਸ ਆਏ ਆ। ਪਰ ਉਧਰ ਮੈਨੂੰ ਉਹ ਦੇਖਿਆ ਕਿੰਨੀ ਜ਼ਹਿਰ, ਮੈਂ ਕਿਹਾ ਵੀ ਇਹਨਾਂ ਦੇ ਮਨ ਦੇ ਅੰਦਰ ਉਹਦੇ ਸੰਬੰਧ ਦੇ ਵਿੱਚ ਭਰੀ ਤੇ ਉਹ ਬੇਇੱਜ਼ਤੀ ਮੰਨੀ ਬੈਠੇ ਨਾ। ਜਿਹੜੀਆਂ ਗੱਲਾਂ, ਜਿਹੜੇ ਸਵਾਲ ਕਾਲਾ ਫਗਾਨਾ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੁੱਛੇ ਸੀ, ਹਾਂਜੀ, ਉਹਨਾਂ ਦੇ ਜਵਾਬ ਨਹੀਂ ਹੈਗੇ ਇਹਨਾਂ ਦੇ ਕੋਲ। ਬਿਲਕੁਲ ਬਿਲਕੁਲ। ਹੁਣ ਆਪਣੇ ਆਪ ਦੇ ਵਿੱਚ ਤਾਂ 10 ਗ੍ਰਾਮ ਦੇ ਉੱਤੇ ਕਿੰਤੂ ਕਰਕੇ ਇਹ ਸਮਝਦੇ ਆ ਵੀ ਮੈਨੂੰ ਏਦਾਂ ਸਿਆਣਾ ਮੰਨੂ। ਬਿਲਕੁਲ। ਪਰ ਉਹ ਇਹਦੇ 10 ਗ੍ਰੰਥ ਦੇ ਵਿਰੁੱਧ ਸਟੈਂਡ ਲੈਣ ਤੋਂ ਪਹਿਲਾਂ ਜਿਹੜੀਆਂ ਕਾਲਾ ਅਫਗਾਨਾ ਨੇ ਇਹਨੂੰ ਗੱਲਾਂ ਕਹੀਆਂ ਆ, ਉਹ ਇਹਦੇ ਜ਼ਖਮਾਂ ਵਾਂਗ ਚੁੱਭਦੀਆਂ ਅੰਦਰ, ਕਿਉਂਕਿ ਉਹ ਬੁੱਕ ਦੇ ਵਿੱਚ ਲਿਖੀਆਂ ਵੀ ਗਈਆਂ ਨਾ, ਲਿਖੀਆਂ ਗਈਆਂ। ਉਹ ਜਵਾਬ ਇਹ ਤੋਂ ਕਈ ਵਾਰ ਹੁਣ ਚਿੱਠੀ ਪਾਈ, ਇਹਨੂੰ ਜਵਾਬ ਕੋਈ ਨਹੀਂ ਦਿੱਤਾ ਉਹਨਾਂ ਗੱਲਾਂ ਦਾ। ਮੁਸ਼ਕਿਲ ਵੀ ਇਹੋ ਹੀ ਹੈ, ਜਿੱਦਾਂ ਹੁਣ ਇਹ 'ਚ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਆ ਪ੍ਰਭਦੀਪ ਨੇ, ਵੀ ਢੱਡਰੀਆਂ ਵਾਲੇ ਹਰ ਵਾਲੇ ਸੂਰਜ ਪ੍ਰਕਾਸ਼ ਫੜ ਕੇ ਬਹਿ ਜਾਂਦੇ ਆ। ਹੁਣ ਦੇਖੋ, ਜੇ ਤੇ ਇਹਨਾਂ ਦੀਆਂ ਗੱਲਾਂ ਕਰਦੇ ਆ, ਫਿਰ ਇਹ ਕਹਿੰਦੇ ਵੀ ਅਸੀਂ 10 ਸਾਲ ਪਹਿਲਾਂ ਗੱਲ ਕਰ ਦਿੱਤੀ, 20 ਸਾਲ ਪਹਿਲਾਂ ਗੱਲ ਕਰ ਦਿੱਤੀ, 15 ਸਾਲ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਦਿੱਤਾ। ਇਹ ਕਹਿੰਦੇ ਵੀ 10 ਗ੍ਰੰਥ ਦੀ ਗੱਲ ਨਹੀਂ ਕਰਦੇ, ਹਾਲਾਂਕਿ ਉਹ ਕਈ ਵਾਰੀ ਆਪਣੀ ਸਟੇਟਮੈਂਟ 10 ਗ੍ਰੰਥ ਦੇ ਉੱਤੇ ਉਹ ਦੇ ਵੀ ਚੁੱਕੇ ਆ, ਕਈ ਵਾਰੀ ਸਪਸ਼ਟ ਕਰ ਚੁੱਕੇ ਆ, ਇਵਨ ਇੱਥੇ ਇੰਟਰਵਿਊ ਦੇ ਵਿੱਚ ਵੀ ਉਹ ਕਹਿ ਚੁੱਕੇ ਆ ਕਈ ਵਾਰੀ। ਜੇ ਉਹ 10 ਗ੍ਰੰਥ ਦੀ ਗੱਲ ਕਰਦੇ ਆ, ਫਿਰ ਇਹਨਾਂ ਕਹਿਣਾ ਵੀ ਇਹ ਗੱਲ ਤੇ ਅਸੀਂ ਅੱਜ ਤੋਂ 20 ਸਾਲ ਪਹਿਲਾਂ ਕਰਦੇ ਪਏ ਆ। ਨਾਲੇ ਜਿਹੜੀ ਗੱਲ ਭਾਈ ਰਣਜੀਤ ਸਿੰਘ ਨੇ ਕਰ ਦਿੱਤੀ ਨਾ, ਉਹ ਤਾਂ ਜਿੱਦਾਂ ਨਾ ਥੱਲਿਓਂ ਦਰੀ ਖਿੱਚੀ ਗਈ ਆ। ਬਿਲਕੁਲ ਬਿਲਕੁਲ। ਹੁਣ ਟੇਬਲ ਤੇ ਜਦੋਂ ਖਾਣੇ ਦਾ ਸਮਾਨ ਪਿਆ ਹੁੰਦਾ, ਥੱਲਿਓਂ ਕੱਪੜਾ ਖਿੱਚ ਦੇਵੇ ਕੋਈ ਬੰਦਾ, ਬਿਲਕੁਲ ਬਿਲਕੁਲ, ਤੇ ਦੂਜਾ ਉਹਨੂੰ ਕਹੇ ਵੀ ਦੇਖ ਜੀ ਤੂੰ ਬਾਕੀ ਛੱਡ, ਵੀ ਜਿਹੜੀ ਮੋਹਰੇ ਡਰਿੰਕ ਪਈ ਸੀ ਉਹਦੇ ਉਹ ਕਿਉਂ ਨਹੀਂ ਚੱਕੀ ਤੂੰ ਏਦਾਂ, ਉਹਨੂੰ ਚਾਹ ਦਾ ਕੱਪ ਰੱਖਿਆ ਸੀ। ਉਹ ਅਗਲਾ ਕਹਿੰਦਾ ਯਾਰ ਜਿਹੜਾ ਥੱਲਿਓਂ ਕੱਪੜਾ ਖਿੱਚਿਆ ਗਿਆ ਉਹਦੇ ਨਾਲ ਤਾਂ ਸਾਰਾ ਹੀ ਗੋਤਕ ਨਾਲਾ ਪੈ ਗਿਆ ਉੱਥੇ, ਹੁਣ ਕੀ ਰਹਿ ਗਿਆ ਵਿੱਚ। ਆਹੋ, ਹੁਣ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਵੀ ਉਦਾਹਰਨਾਂ ਦਿੱਤੀਆਂ ਵੀ ਸੰਤੋਖ ਸਿੰਘ ਨੇ 1843 ਦੇ ਵਿੱਚ ਕਹਿੰਦੇ ਸੂਰਜ ਪ੍ਰਕਾਸ਼ ਲਿਖਿਆ ਵਾ।
ਹੁਣ ਭਾਈ ਸਾਹਿਬ ਨੇ ਗੱਲ ਤਾਂ ਇਹ ਕੀਤੀ ਹੈ ਵੀ ਜਿਹੜਾ ਢਾਂਚਾ ਦਿਸ ਰਿਹਾ ਵਾ ਅੱਜ ਕੱਲ੍ਹ ਉਹਦੀ ਜੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ, ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਨਹੀਂ ਹੈਗਾ। ਉਹ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਦੀ ਸਿੱਖਿਆ ਦੇ ਅਨੁਸਾਰ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਉਹਦੀਆਂ ਜੜ੍ਹਾਂ 'ਚ ਹੈ ਨਹੀਂ। ਹੁਣ ਇਹ ਕਹਿੰਦਾ ਵੀ ਉਹ ਤੋਂ ਪਹਿਲਾਂ ਮਹਾਰਾਜ ਰਣਜੀਤ ਸਿੰਘ ਦੇ ਉਹਦੇ ਜੀਵਨ ਕਾਲ ਦੇ ਵਿੱਚ ਉਦਾਹਰਨਾਂ, ਉਹ ਤੋਂ ਪਹਿਲਾਂ ਦੀਆਂ ਉਦਾਹਰਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਯਾਨੀ ਕਿ ਗੱਲ ਤਾਂ ਉੱਤੇ ਮੋਹਰ ਲਾਈ ਜਾ ਰਹੀ ਹੈ ਵੀ ਪਹਿਲਾਂ ਤੋਂ ਹੀ ਬੇੜਾ ਗਰਕ ਹੋ ਚੁੱਕਾ ਵਾ। ਨਾਲੇ ਦੇਖੋ ਜੀ, ਜਿਹੜਾ ਸੂਰਜ ਪ੍ਰਕਾਸ਼ ਲਿਖਿਆ ਗਿਆ ਨਾ 1843 ਚ, ਹਾਂਜੀ, ਉਹ ਇਦਾਂ ਨਹੀਂ ਹੈ ਕਿ ਉਸ ਵੇਲੇ ਉਹ ਨੈਰੇਟਿਵ ਵੀ ਉਦੋਂ ਹੀ ਸਿਰਜਿਆ ਗਿਆ ਆ। ਬਿਲਕੁਲ ਬਿਲਕੁਲ ਜੀ। ਬਾਲੇ ਵਾਲੀ ਜਨਮ ਸਾਖੀ ਤਾਂ ਬਹੁਤ ਪਹਿਲਾਂ ਦੀ ਲਿਖੀ ਹੋਈ ਆ। ਬਿਲਕੁਲ ਬਿਲਕੁਲ ਜੀ। ਹੁਣ ਬਾਲੇ ਵਾਲੀ ਜਨਮ ਸਾਖੀ, ਕਈ ਸਾਖੀਆਂ ਸੂਰਜ ਪ੍ਰਕਾਸ਼ ਵਿੱਚ ਉਹਦੇ ਵਿੱਚੋਂ ਲਈਆਂ ਗਈਆਂ ਆ। ਬਿਲਕੁਲ ਜੀ। ਰਹਿਤਨਾਮਿਆਂ ਦੇ ਨਾਂ ਤੇ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਲਿਖੀਆਂ ਹੋਈਆਂ ਆ। ਬਿਲਕੁਲ ਜੀ। ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਚੱਲਦੀਆਂ, ਤੇ ਯਾਨੀ ਕਿ ਭਾਈ ਸਾਹਿਬ ਗੱਲ ਵੀ ਇਹੀ ਕਰਦੇ ਪਏ ਆ ਵੀ ਜੋ ਸਿੱਖੀ ਦਾ ਢਾਂਚਾ ਦਿਸਦਾ ਪਿਆ ਵਾ, ਇਹਦੀ ਜੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਹੀਂ ਹੈਗੀ।